ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਟੂਡੇ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ ਦੋਸਤੋ, ਤੁਹਾਡੇ ਲਈ ਇਸ ਵੇਲੇ ਦੀਆਂ ਖਾਸ ਤੇ ਵੱਡੀਆਂ ਖਬਰਾਂ ਦਾ ਖਾਸ ਬੁਲੇਟਿਨ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਦੋਸਤੋ, ਤੁਹਾਨੂੰ ਛੋਟੀ ਜੀ ਬੇਨਤੀ ਕਰਦੇ ਹਾਂ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਸੂਬੇ ਪੰਜਾਬ ਤੇ ਦੇਸ਼ ਦੀ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋਵੇ। ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਇਹਨਾਂ ਕਲਾਸਾਂ ਦੇ ਵਿਦਿਆਰਥੀ ਬਿਨਾਂ ਪ੍ਰੀਖਿਆ ਦਿੱਤੇ ਹੀ ਹੋਣਗੇ ਪਾਸ। ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਸੰਬੰਧੀ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ। ਦੱਸਿਆ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 5ਵੀਂ 8ਵੀਂ ਤੇ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਪੰਜਾਬ ਵਿੱਚ ਨਹੀਂ ਲਈਆਂ ਜਾਣਗੀਆਂ। ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਅਗਲੀ ਕਲਾਸ ਵਿੱਚ ਪ੍ਰਮੋਟ ਕੀਤਾ ਜਾਏਗਾ। ਇਸ ਦੇ ਨਾਲ ਹੀ 12ਵੀਂ ਦੀਆਂ ਪ੍ਰੀਖਿਆਵਾਂ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ। ਦੱਸ ਦੇਈਏ ਕਿ ਉਕਤ ਫੈਸਲਾ ਪੰਜਾਬ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੇਸ਼ ਦੀ ਦਿਗਵਜ ਆਈਟੀ ਕੰਪਨੀ TCS ਵਿੱਤ ਸਾਲ 2022 ਵਿੱਚ ਦੇਵੇਗੀ 40,000 ਤੋਂ ਵੱਧ ਲੋਕਾਂ ਨੂੰ ਨੌਕਰੀ। टाटा कंसल्टेंसी सर्विसेज यानी कि TCS जिसने पिछले साल लगभग 40,000 लोगों को काम ते रखा सी, ਵਿੱਤੀ साल 2022 ਵਿੱਚ भी इन्नी ही गिनती ਵਿੱਚ ਜਾਂ ਇਸ ਤੋਂ ਜ਼ਿਆਦਾ ਲੋਕਾਂ ਨੂੰ ਹਾਇਰ ਕਰਨ ਦੇ ਮੂਡ ਵਿੱਚ ਹੈ। ਭਾਰਤ ਦੀ ਸਭ ਤੋਂ ਵੱਡੀ ਸੌਫਟਵੇਅਰ ਸੇਵਾ ਐਕਸਪੋਰਟ ਕੰਪਨੀ ਨੇ ਮਜ਼ਬੂਤ ਚੌਥੀ ਤਿਮਾਹੀ ਦੇ ਬਾਅਦ ਇੱਕ ਪੱਤਰਕਾਰਾਂ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਉਣ ਵਾਲੀ ਮੰਗ ਨੂੰ ਪੂਰਾ ਕਰਨ ਦੇ ਲਈ ਟੈਲੈਂਟ ਸਪੇਸ ਉੱਤੇ ਕੋਈ ਸਪਲਾਈ ਸਾਈਡ ਚੈਲੰਜ ਨਹੀਂ ਵੇਖਦੀ। TCS ਦੇ ਅਧਿਕਾਰੀ ਮਿਲਨ ਲੱਕੜ ਨੇ ਕਿਹਾ ਕਿ ਸਾਡਾ ਆਪਰੇਟਿੰਗ ਮਾਡਲ ਬਹੁਤ ਹੀ ਚੰਗਾ ਹੈ, ਇਹ ਕੈਂਪਸ ਤੋਂ ਆਉਣ ਵਾਲੇ ਲੋਕਾਂ ਤੇ ਆਧਾਰਿਤ ਹੈ। ਉਹਨਾਂ ਕਿਹਾ ਕਿ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਬਲਕ ਵਿੱਚ ਹਾਇਰਿੰਗ ਕੀਤੀ ਜਾਵੇਗੀ, ਪਰ ਇਸ ਨੂੰ 3 ਤਿਮਾਹੀ ਤੱਕ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ, ਜੋ ਇਸ ਗੱਲ ਤੇ ਨਿਰਭਰ ਕਰੇਗਾ ਕਿ ਮੰਗ ਕਿਵੇਂ ਆਕਾਰ ਲੈਂਦੀ ਹੈ। ਦਿੱਲੀ 'ਚ ਕੇਜਰੀਵਾਲ ਨੇ ਕੀਤਾ ਵੀਕਐਂਡ ਕਰਫਿਊ ਦਾ ਐਲਾਨ। ਕੋਰੋਨਾ ਦੇ ਵਧਦੇ ਸੰਕਟ ਦੇ ਵਿਚਾਲੇ ਦਿੱਲੀ ਵਿੱਚ ਵੀਕਐਂਡ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰ 6 ਵਜੇ ਤੱਕ ਜਾਰੀ ਰਹੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਵੀਕਐਂਡ ਕਰਫਿਊ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਜ਼ਰੂਰੀ ਸੇਵਾਵਾਂ ਨੂੰ ਖੁੱਲ੍ਹਾ ਰੱਖਿਆ ਜਾਵੇਗਾ। ਜਿਨ੍ਹਾਂ ਦੇ ਵਿਆਹ ਸਮਾਗਮ ਹਨ ਉਹਨਾਂ ਨੂੰ ਕੁਝ ਟਾਈਮ ਦਿੱਤਾ ਜਾਵੇਗਾ। ਮਾਲ, ਬਾਜ਼ਾਰ ਤੇ ਹੋਰ ਚੀਜ਼ਾਂ ਬੰਦ ਰਹਿਣਗੀਆਂ। ਵੀਕਐਂਡ ਵਿੱਚ ਸਿਰਫ ਇਲਾਕੇ ਦੇ ਹਿਸਾਬ ਨਾਲ ਇੱਕ ਬਾਜ਼ਾਰ ਨੂੰ ਖੋਲ੍ਹਿਆ ਜਾਵੇਗਾ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 5 ਦਿਨ ਕੰਮ ਕਰਨ ਪਰ ਵੀਕਐਂਡ ਵਿੱਚ ਘਰਾਂ ਤੋਂ ਬਾਹਰ ਨਾ ਨਿਕਲਣ। ਇਸੇ ਵਿੱਚ ਹੀ ਸਭ ਦੀ ਭਲਾਈ ਹੈ। ਕੋਰੋਨਾ ਦਾ ਕਹਿਰ ਜਾਰੀ, ਹਸਪਤਾਲਾਂ ਵਿੱਚ ਨਾ ਬੈੱਡ ਨਾ ਆਕਸੀਜਨ, ਹੋ ਰਹੀਆਂ ਹਨ ਮੌਤਾਂ। ਦੇਸ਼ ਇਸ ਵਕਤ ਕੋਰੋਨਾ ਦੀ ਅਜਿਹੀ ਲਹਿਰ ਤੋਂ ਜੂਝ ਰਿਹਾ ਹੈ ਜਿਸ ਦਾ ਕੋਈ ਅੰਤ ਹੀ ਨਹੀਂ ਵੇਖ ਰਿਹਾ। ਅਜਿਹੀ ਹਾਲਤ ਵਿੱਚ ਦੇਸ਼ ਦੇ ਸਿਹਤ ਤੰਤਰ ਦੀ ਪੋਲ ਖੁੱਲ੍ਹ ਗਈ ਹੈ। ਹਰ ਜਗ੍ਹਾ ਬਦਹਾਲੀ ਹੈ। ਇੱਕ ਤਰਫ ਅਜਿਹੀ ਇੰਤਜ਼ਾਮੀ ਹੈ ਜਿਸ ਦੇ ਨਾਲ ਲੋਕਾਂ ਵਿੱਚ ਸੰਕਰਮਣ ਦਾ ਖਤਰਾ ਵੱਧ ਰਿਹਾ ਹੈ। ਜੇਕਰ ਪੋਜ਼ਿਟਿਵ ਹੋ ਗਏ ਤਾਂ ਦੂਜੀ ਇੰਤਜ਼ਾਮੀ ਤੋਂ ਤੁਸੀਂ ਬਚ ਨਹੀਂ ਸਕਦੇ। ਇਹ ਬਦਹਾਲੀ ਅਜਿਹੀ ਹੈ ਕਿ ਜਿਸ ਵਿੱਚ ਬੈੱਡ ਵੀ ਨਹੀਂ ਮਿਲ ਰਹੇ, ਬੈੱਡ ਮਿਲ ਰਹੇ ਹਨ ਤਾਂ ਆਕਸੀਜਨ ਵੀ ਨਹੀਂ ਮਿਲ ਰਹੀ। ਹਾਲਾਤ ਅਜਿਹੇ ਹਨ ਕਿ ਆਕਸੀਜਨ ਦਾ ਜੁਗਾੜ ਆਪਣੇ ਆਪ ਵੱਲੋਂ ਕਰਨਾ ਪੈ ਰਿਹਾ ਹੈ। ਆਕਸੀਜਨ ਕਿਸੇ ਤਰ੍ਹਾਂ ਮਿਲ ਗਈ ਤਾਂ ਇੰਜੈਕਸ਼ਨ ਤੇ ਦਵਾਈਆਂ ਨਹੀਂ ਮਿਲ ਰਹੀਆਂ। ਕੋਈ ਵੀ ਬਹੁਤ ਵੱਡਾ ਸ਼ਹਿਰ ਹੋਵੇ, ਇਸ ਸਮੇਂ 2 ਚੀਜ਼ਾਂ ਦੀ ਬਹੁਤ ਕਮੀ ਹੈ, ਇੱਕ ਤਾਂ ਵੈਕਸੀਨੇਸ਼ਨ ਤੇ ਦੂਸਰਾ ਆਕਸੀਜਨ। ਇਸ ਵਕਤ ਆਕਸੀਜਨ ਦਾ ਸੰਕਟ ਅਜਿਹਾ ਹੈ ਕਿ ਹਸਪਤਾਲ ਮਰੀਜ਼ਾਂ ਨੂੰ ਐਡਮਿਟ ਨਹੀਂ ਕਰ ਰਹੇ ਕਿਉਂਕਿ ਸਪਲਾਈ ਨਹੀਂ ਹੈ। ਨਵੀਂ ਲਹਿਰ ਵਿੱਚ ਆਕਸੀਜਨ ਦੀ ਡਿਮਾਂਡ ਇੰਨੀ ਵੱਧ ਗਈ ਹੈ ਕਿ ਕੋਈ ਵੀ ਇਸ ਨੂੰ ਪੂਰਾ ਨਹੀਂ ਕਰ ਪਾ ਰਿਹਾ। ਮਰੀਜ਼ ਆਕਸੀਜਨ ਦੇ ਬਿਨਾਂ ਤੜਫ ਰਹੇ ਹਨ ਤੇ ਆਪਣੀਆਂ ਜਾਨਾਂ ਗਵਾ ਰਹੇ ਹਨ। ਮੱਧ ਪ੍ਰਦੇਸ਼ ਦਾ ਹਾਲ ਬੇਹੱਦ ਡਰਾਵਨਾ ਹੈ। ਮਰੀਜ਼ ਬਾਹਰ ਤੜਫ ਰਹੇ ਹਨ ਪਰ ਹਸਪਤਾਲ ਐਡਮਿਟ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੇ ਕੋਲ ਨਾ ਬੈੱਡ ਹਨ ਤੇ ਨਾ ਹੀ ਆਕਸੀਜਨ। ਸਿਟੀ ਹਸਪਤਾਲ ਦੇ ਆਸ਼ੀਸ਼ ਗੋਸਵਾਮੀ ਦਾ ਕਹਿਣਾ ਹੈ ਕਿ ਸਾਨੂੰ ਹਰ ਰੋਜ਼ 90 ਆਕਸੀਜਨ ਸਿਲੰਡਰ ਚਾਹੀਦਾ ਹੈ ਪਰ 30 ਹੀ ਮਿਲ ਰਹੇ ਹਨ, ਯਾਨੀ ਕਿ 60 ਸਿਲੰਡਰ ਘੱਟ ਹਨ। ਇਸ ਦੀ ਕਮੀ ਦੇ ਕਾਰਨ ਮੌਤਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ। ਪਰ ਇਹ ਇੱਕ ਹਸਪਤਾਲ ਦੀ ਹੀ ਗੱਲ ਨਹੀਂ, ਮੱਧ ਪ੍ਰਦੇਸ਼ ਵਿੱਚ ਆਕਸੀਜਨ ਦੀ ਕਮੀ ਦਾ ਹਾਲ ਤਾਂ ਇਹ ਹੈ ਕਿ ਕਈ ਹਸਪਤਾਲ ਅਜੇ ਗੰਭੀਰ ਮਰੀਜ਼ਾਂ ਨੂੰ ਐਡਮਿਟ ਨਹੀਂ ਕਰ ਰਹੇ।
ਲੋਕ ਆਪਣੇ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਆਪਣੇ ਆਪ ਕਰ ਰਹੇ ਹਨ। ਛੁੱਟੀ ਕੱਟਣ ਆਏ ਫੌਜੀ ਨੇ ਨਾਲ ਲਿਆਂਦਾ ਨਸ਼ਾ, ਭਰਾ ਨਾਲ ਡਿਲੀਵਰੀ ਦੇਣ ਤੇ ਆਇਆ ਕਾਬੂ। ਲੁਧਿਆਣਾ ਵਿਖੇ ਵੱਡੇ ਭਰਾ ਨਾਲ ਕਰਤਾਰਪੁਰ ਤੋਂ ਨਸ਼ੇ ਦੀ ਡਿਲੀਵਰੀ ਦੇਣ ਸ਼ਹਿਰ 'ਚ ਆਏ ਭਾਰਤੀ ਫੌਜ ਦੇ ਨਾਇਕ ਨੂੰ CIA ਸਟਾਫ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਵਾਂ ਭਰਾਵਾਂ ਸਮੇਤ ਅਫੀਮ ਖਰੀਦਣ ਆਏ ਤੀਜੇ ਵਿਅਕਤੀ ਨੂੰ ਵੀ ਦਬੋਚ ਕੇ ਥਾਣਾ ਸਰਾਭਾ ਨਗਰ ਵਿੱਚ NDPS ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਹੈ। ਕਰਫਿਊ ਤੇ ਲਾਕਡਾਊਨ ਦੇ ਕਾਰਨ ਨਹੀਂ ਰੁਕੇਗੀ ਆਰਥਿਕ ਰਫ਼ਤਾਰ, ਨਵਾਂ ਪੈਕੇਜ ਲਿਆਵੇਗੀ ਮੋਦੀ ਸਰਕਾਰ। ਕੇਂਦਰ ਸਰਕਾਰ ਇੱਕ ਹੋਰ ਰਾਹਤ ਪੈਕੇਜ ਲਿਆ ਸਕਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਵਿੱਚ ਆਰਥਿਕਤਾ ਦੀ ਮੁੜ ਵਸੂਲੀ ਨਾ ਹੋ ਜਾਵੇ। ਜ਼ਿਆਦਾਤਰ ਰਾਜ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਪਾਬੰਦੀਆਂ ਲਗਾ ਰਹੇ ਹਨ ਤੇ ਇਸ ਨਾਲ ਅਰਥਚਾਰੇ ਦੀ ਮੁੜ ਵਸੂਲੀ ਪ੍ਰਭਾਵਿਤ ਹੋ ਸਕਦੀ ਹੈ। ਜੇ ਮਹਾਮਾਰੀ ਦੀ ਦੂਜੀ ਲਹਿਰ ਗਰੀਬਾਂ ਦੀ ਰੋਜੀ ਰੋਟੀ ਨੂੰ ਵਿਗਾੜਦੀ ਹੈ ਤਾਂ ਇਹ ਪੈਕੇਜ ਗਰੀਬਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 3 ਲੋਕਾਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸਰਕਾਰ ਨੇ ਪਿਛਲੇ ਸਾਲ 26 ਮਾਰਚ ਤੋਂ 27 ਮਈ ਦੇ ਦਰਮਿਆਨ ਇੱਕ ਆਰਥਿਕ ਸਹਾਇਤਾ ਦਾ ਪੈਕੇਜ ਦਾ ਐਲਾਨ ਕੀਤਾ ਸੀ ਤਾਂ ਜੋ COVID-19 ਦੁਆਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਕੇਂਦਰ ਸਰਕਾਰ ਨੇ 2097 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀ। ਕੇਂਦਰੀ ਵਿੱਤ ਮੰਤਰਾਲਾ ਯਾਨੀ ਕਿ ਭਾਰਤੀ ਰਿਜ਼ਰਵ ਬੈਂਕ ਤੇ ਹੋਰ ਪ੍ਰਮੁੱਖ ਵਿਭਾਗ ਇੱਕ ਹੋਰ ਪ੍ਰੋਤਸਾਹਨ ਦੀ ਜ਼ਰੂਰਤ ਤੇ ਸਮੇਂ ਲਈ ਹਿੱਸੇਦਾਰਾਂ ਨਾਲ ਸੰਪਰਕ ਦੇ ਵਿੱਚ ਹਨ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਦੇਸ਼ ਵਿਆਪੀ ਸਖਤ ਤਾਲਾਬੰਦੀ ਨੂੰ ਰੱਦ ਕਰ ਦਿੱਤਾ ਗਿਆ ਹੈ। ਸਰਕਾਰ ਉਦਯੋਗ ਦੀ ਕਿਸੇ ਵੀ ਜ਼ਰੂਰਤ, ਖਾਸ ਕਰਕੇ ਸੂਖਮ, ਛੋਟੇ ਤੇ ਦਰਮਿਆਨੇ ਉਦਮਾਂ ਦਾ ਜਵਾਬ ਦੇਵੇਗੀ ਤਾਂ ਜੋ ਆਰਥਿਕ ਗਤੀਵਿਧੀਆਂ ਤੇ ਰੋਜ਼ੀ ਰੋਟੀ ਵਿੱਚ ਕੋਈ ਵੀ ਰੁਕਾਵਟ ਨਾ ਆਵੇ। ਸਿੰਘੂ ਬਾਰਡਰ ਤੇ ਕਿਸਾਨਾਂ ਦੇ ਬਣਾਏ ਆਰਜੀ ਮਕਾਨਾਂ ਨੂੰ ਲੱਗੀ ਭਿਆਨਕ ਅੱਗ। ਸਿੰਘੂ ਬਾਰਡਰ ਤੇ ਰਸੋਈ ਢਾਬੇ ਦੇ ਕੋਲ ਕਿਸਾਨਾਂ ਦੇ ਬਣਾਏ ਆਰਜੀ ਮਕਾਨਾਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਏ ਕਿ ਇਹ ਸਰਕਾਰ ਦੀ ਚਾਲ ਹੈ ਤੇ ਕਿਸਾਨ ਮੋਰਚੇ ਦੇ 14 ਅਪ੍ਰੈਲ ਵਾਲੇ ਪ੍ਰੋਗਰਾਮ ਤੋਂ ਘਬਰਾ ਕੇ ਜਾਣਬੁੱਝ ਕੇ ਅੱਗ ਲਾਈ ਗਈ। ਸਿਰਸਾ ਨੇ ਦੋਸ਼ ਲਾਇਆ ਕਿ ਇੱਕ ਤਿਲਕ ਲੱਗਿਆ ਬੰਦਾ ਇੱਥੇ ਜਾਣਬੁੱਝ ਕੇ ਤੀਲੀ ਲਾ ਕੇ ਗਿਆ ਹੈ। ਜਦੋਂ ਕਿ ਇੱਕ ਪਾਸੇ ਲੱਗੀ ਅੱਗ ਦੇਖ ਸਾਰੇ ਉਧਰ ਨੂੰ ਭੱਜੇ ਤਾਂ ਦੂਜੇ ਪਾਸੇ ਅੱਗ ਲੱਗ ਗਈ। ਉਹਨਾਂ ਕਿਹਾ ਕਿ 3 ਜਗ੍ਹਾ ਤੇ ਅੱਗ ਲਾਈ ਗਈ। ਉਹਨਾਂ ਦੋਸ਼ ਲਾਏ ਕਿ ਪ੍ਰਸ਼ਾਸਨ ਜਾਣਬੁੱਝ ਕੇ ਇਹ ਸਭ ਕੁਝ ਕਰਾ ਰਿਹਾ ਹੈ ਕਿਉਂਕਿ ਅੱਗ ਬੁਝਾਉਣ ਲਈ ਕੋਈ ਗੱਡੀ ਨਹੀਂ ਆਈ। ਨੌਜਵਾਨਾਂ ਨੇ ਖੁਦ ਆਪ ਹੀ ਹਿੰਮਤ ਮਾਰ ਕੇ ਅੱਗ ਤੇ ਕਾਬੂ ਪਾਇਆ ਹੈ। ਵਿਸਾਖੀ ਤੇ ਸਿੱਖ ਰੈਜੀਮੈਂਟ ਨੇ ਇਸ ਸੂਬੇ ਵਿੱਚ ਲਾਇਆ 100 ਫੁੱਟ ਉੱਚਾ ਨਿਸ਼ਾਨ ਸਾਹਿਬ। ਝਾਰਖੰਡ ਦੇ ਰਾਮਗੜ੍ਹ ਕੈਂਟ ਵਿੱਚ ਇੱਕ ਸਿੱਖ ਰੈਜੀਮੈਂਟ ਨੇ ਵਿਸਾਖੀ ਮੌਕੇ ਰੈਜੀਮੈਂਟ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ 100 ਫੁੱਟ ਉੱਚਾ ਨਿਸ਼ਾਨ ਸਾਹਿਬ ਲਗਾਇਆ। ਰਿਪੋਰਟਾਂ ਮੁਤਾਬਕ ਰੈਜੀਮੈਂਟ ਦੇ ਕਰਨਲ ਨੇ ਇਹ ਨਿਸ਼ਾਨ ਸਾਹਿਬ ਲਗਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਨਿਸ਼ਾਨ ਸਾਹਿਬ ਲਗਾਉਣ ਵੇਲੇ ਰੈਜੀਮੈਂਟ ਦੇ ਇੱਕ ਟੁਕੜੀ ਨੇ ਹਵਾਈ ਫਾਇਰ ਕਰਕੇ ਸਲਾਮੀ ਵੀ ਦਿੱਤੀ। ਪਾਕਿਸਤਾਨ ਤੇ ਵੱਡਾ ਫੌਜੀ ਹਮਲਾ ਕਰ ਸਕਦਾ ਹੈ ਭਾਰਤ, ਅਮਰੀਕੀ ਖੁਫੀਆ ਏਜੰਸੀ ਵੱਲੋਂ ਮੋਦੀ ਸਰਕਾਰ ਬਾਰੇ ਖਤਰਨਾਕ ਖੁਲਾਸੇ। ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਸਕਦੀ ਹੈ। ਇਹ ਖੁਲਾਸਾ ਅਮਰੀਕਾ ਦੇ ਖੁਫੀਆ ਵਿਭਾਗਾਂ ਦੇ ਸਮੂਹ ਨੇ ਸੰਸਦ ਨੂੰ ਸੌਂਪੀ ਇੱਕ ਰਿਪੋਰਟ ਦੇ ਵਿੱਚ ਕੀਤਾ। ਅਮਰੀਕੀ ਏਜੰਸੀ ਦੇ ਇਸ ਖੁਲਾਸੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਹੁਣ ਪਾਕਿਸਤਾਨ ਵੱਲੋਂ ਕੀਤੀ ਗਈ ਪ੍ਰਤੱਖ ਜਾਂ ਅਪ੍ਰਤੱਖ ਉਕਸਾਵੇ ਦੀ ਕਾਰਵਾਈ ਦਾ ਜਵਾਬ ਪਹਿਲਾਂ ਦੇ ਮੁਕਾਬਲੇ ਹੋਰ ਵੱਧ ਫੌਜੀ ਤਾਕਤ ਨਾਲ ਦੇ ਸਕਦਾ ਹੈ। ਸੰਸਦ ਵਿੱਚ ਸੌਂਪੀ ਆਪਣੀ ਸਾਲਾਨਾ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਹਾਲਾਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰਵਾਇਤੀ ਜੰਗ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ, ਪਰ ਫਿਰ ਵੀ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਹੋਰ ਵਧਣ ਦੀ ਸੰਭਾਵਨਾ ਜਤਾਈ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਰੱਖਿਆ ਨਾਲ ਸੰਬੰਧਿਤ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਭਾਰਤ ਸ਼ਕਤੀਸ਼ਾਲੀ ਫੌਜੀ ਹਮਲੇ ਨਾਲ ਜਵਾਬ ਦੇ ਸਕਦਾ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਪੱਧਰ ਤੇ ਤਣਾਅ ਵੀ ਵੱਧ ਸਕਦਾ ਹੈ। ਕਸ਼ਮੀਰ ਵਿੱਚ ਵੀ ਅਸ਼ਾਂਤੀ ਤੇ ਹਿੰਸਕ ਮਾਹੌਲ ਜਾਂ ਭਾਰਤ ਵਿੱਚ ਅੱਤਵਾਦੀ ਹਮਲੇ ਸੰਬੰਧੀ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਰੇਲਵੇ ਗਾਰਡ ਦਾ ਬੇਟਾ ਬਣਿਆ ਇਸਰੋ ਵਿੱਚ ਵਿਗਿਆਨੀ। ਕਹਿੰਦੇ ਹਨ ਕੋਸ਼ਿਸ਼ਾਂ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਰੇਲਵੇ ਗਾਰਡ ਚੰਦਰ ਭੂਸ਼ਣ ਸਿੰਘ ਦੇ ਬੇਟੇ ਆਸ਼ੂਤੋਸ਼ ਕੁਮਾਰ ਨੇ ਅਜਿਹਾ ਹੀ ਕਰ ਵਿਖਾਇਆ ਹੈ।
ਆਸ਼ੂਤੋਸ਼ ਕੁਮਾਰ ਧੰਨਵਾਦ ਦੇ ਸਰੀ ਹੇੜੇ ਵਿਕਾਸ ਨਗਰ ਦਾ ਰਹਿਣ ਵਾਲਾ ਹੈ। ਆਸ਼ੂਤੋਸ਼ ਨੂੰ ਦੇਸ਼ ਵਿੱਚ ਇਸਰੋ 'ਚੋਂ ਵਿਗਿਆਨੀਆਂ ਦੇ ਅਹੁਦੇ ਲਈ ਚੁਣਿਆ ਗਿਆ ਹੈ। ਇੱਕ ਸਧਾਰਨ ਪਰਿਵਾਰ ਨਾਲ ਪੈਦਾ ਹੋਏ ਆਸ਼ੂਤੋਸ਼ ਦੀ ਇਸ ਸਫਲਤਾ ਤੇ ਪਰਿਵਾਰ ਦੇ ਨਾਲ-ਨਾਲ ਪੂਰੇ ਧੰਨਵਾਦ ਨੂੰ ਉਸ 'ਤੇ ਮਾਣ ਹੈ। ਇਸ ਚੋਣ ਤੋਂ ਬਾਅਦ ਆਸ਼ੂਤੋਸ਼ ਨੇ ਕਿਹਾ ਕਿ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ। ਆਸ਼ੂਤੋਸ਼ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇਸਰੋ ਦਾ ਬਹੁਤ ਵੱਡਾ ਯੋਗਦਾਨ ਹੈ। ਆਸ਼ੂਤੋਸ਼ ਬਚਪਨ ਤੋਂ ਹੀ ਵਿਗਿਆਨੀ ਬਣਨਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਉਸਦੇ ਦਾਦਾ ਜੀ ਦੀ ਵੀ ਇੱਛਾ ਸੀ ਕਿ ਉਹ ਇਸਰੋ ਵਿੱਚ ਵਿਗਿਆਨੀ ਬਣੇ। ਆਸ਼ੂਤੋਸ਼ ਇਸ ਸਫਲਤਾ ਪਿੱਛੇ ਮਾਪਿਆਂ ਦਾ ਵੱਡਾ ਯੋਗਦਾਨ ਮੰਨਦਾ ਹੈ। ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ ਮੌਸਮ, ਕਿਸਾਨਾਂ ਨੂੰ ਦਿੱਤੀ ਗਈ ਖਾਸ ਸਲਾਹ। ਉੱਤਰ ਭਾਰਤ ਵਿੱਚ ਲਗਾਤਾਰ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬੀਤੇ ਇੱਕ ਹਫ਼ਤੇ ਦੌਰਾਨ ਪੰਜਾਬ ਭਰ ਵਿੱਚ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਦਿਨਾਂ ਦੌਰਾਨ ਗਰਮ ਹਵਾਵਾਂ ਵੀ ਚੱਲ ਰਹੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੂਬੇ ਵਿੱਚ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਚੱਲਣਗੀਆਂ ਤੇ ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਹੈ, ਜਿਸ ਨਾਲ ਮੌਸਮ ਵਿੱਚ ਕਾਫੀ ਤਬਦੀਲੀ ਆਵੇਗੀ। ਉਹਨਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਸਨ, ਉਸ ਤੋਂ ਵੀ ਲੋਕਾਂ ਨੂੰ ਥੋੜ੍ਹੀ ਬਹੁਤ ਨਿਜਾਤ ਮਿਲੇਗੀ। ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਬੀਤੇ ਦਿਨਾਂ ਵਿੱਚ ਲੂ ਚੱਲਣ ਨਾਲ ਪਾਰੇ ਵਿੱਚ ਵਾਧਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਲੁਧਿਆਣਾ ਵਿੱਚ ਬੀਤੇ ਦਿਨਾਂ ਵਿੱਚ ਪਾਰਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਗੇ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਇਸ ਦੌਰਾਨ ਕਿਸਾਨ ਇਹ ਖਾਸ ਧਿਆਨ ਰੱਖਣ ਕਿ ਉਹ ਇਹਨਾਂ ਦਿਨਾਂ ਵਿੱਚ ਕਣਕ ਦੀ ਵਾਢੀ ਨਾ ਕਰਨ, ਕਿਉਂਕਿ ਖੇਤਾਂ ਵਿੱਚ ਵੱਢੀ ਹੋਈ ਕਣਕ ਦਾ ਖੜੀ ਫਸਲ ਨਾਲੋਂ ਵੱਧ ਨੁਕਸਾਨ ਹੋਵੇਗਾ। ਇਸ ਕਰਕੇ ਜੇਕਰ ਕਿਸੇ ਨੇ ਫਸਲ ਵੱਢ ਕੇ ਰੱਖੀ ਹੈ ਤਾਂ ਉਹ ਜ਼ਰੂਰੀ ਇਸ ਨੂੰ ਸੁਰੱਖਿਅਤ ਥਾਵਾਂ ਤੇ ਸਾਂਭ ਲੈਣ। ਬੱਚੇ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ, ਇਲਾਜ ਲਈ ਦਿੱਤੇ 16 ਕਰੋੜ ਰੁਪਏ। ਮਸ਼ਹੂਰ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਫਿਲਮਾਂ ਵਿੱਚ ਰੁੱਝੇ ਹੋਣ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਅਦਾਕਾਰ ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਇਹ ਪਿਛਲੇ ਸਾਲ ਕਰੋਨਾ ਵਾਇਰਸ ਲਾਕਡਾਊਨ ਦੌਰਾਨ ਵੀ ਦੇਖਿਆ ਗਿਆ। ਅਜੇ ਦੇਵਗਨ ਹੁਣ ਇੱਕ ਬੱਚੇ ਦੀ ਮਦਦ ਲਈ ਅੱਗੇ ਆਏ ਹਨ ਜੋ ਕਿ ਸਪਾਈਨਲ ਮਾਸਪੇਸ਼ੀਆਂ ਦੀ ਇੱਕ ਦੁਰਲਭ ਬਿਮਾਰੀ ਨਾਲ ਪੀੜਤ ਹੈ ਤੇ ਉਸ ਦੇ ਇਲਾਜ ਦੇ ਲਈ 16 ਕਰੋੜ ਰੁਪਏ ਦੀ ਜ਼ਰੂਰਤ ਹੈ। ਅਜੇ ਦੇਵਗਨ ਨੇ ਟਵੀਟ ਰਾਹੀਂ ਲੋਕਾਂ ਨੂੰ ਬੱਚੇ ਦੇ ਇਲਾਜ ਵਿੱਚ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ। ਅਜੇ ਦੇਵਗਨ ਨੇ ਟਵੀਟ ਵਿੱਚ ਕਿਹਾ ਕਿ ਉਹ ਰੀੜ੍ਹ ਦੀ ਮਾਸਪੇਸ਼ੀ ਦੇ ਐਟ੍ਰੋਪੀ ਤੋਂ ਪੀੜਤ ਹੈ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਦੀ ਜ਼ਰੂਰਤ ਹੈ। ਉਸ ਦੇ ਇਲਾਜ ਤੇ ਲਗਭਗ 16 ਕਰੋੜ ਰੁਪਏ ਖਰਚ ਆਉਣਗੇ। ਤੁਹਾਡਾ ਦਾਨ ਉਹਨਾਂ ਦੀ ਮਦਦ ਕਰ ਸਕਦਾ ਹੈ। ਅਜੇ ਦੇਵਗਨ ਦੇ ਪ੍ਰਸ਼ੰਸਕ ਵੀ ਉਹਨਾਂ ਦੇ ਟਵੀਟ ਤੇ ਸਖਤ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਆਨਲਾਈਨ ਪੋਰਟਲ ਨੇ ਕਿਸਾਨਾਂ ਨੂੰ ਰਗੜਿਆ, ਕਣਕ ਦੀ ਵਿਕਰੀ ਨੂੰ ਬ੍ਰੇਕ, ਅਦਾਇਗੀ ਵੀ ਅਟਕੀ। ਫਸਲਾਂ ਦੀ ਸਿੱਧੀ ਅਦਾਇਗੀ ਦੇ ਲਈ ਕੇਂਦਰ ਸਰਕਾਰ ਦੀ ਅੜਿੱਕ ਕਰਕੇ ਪੰਜਾਬ ਦੇ ਕਿਸਾਨਾਂ ਸਾਹਮਣੇ ਨਵੀਂ ਮੁਸੀਬਤ ਖੜੀ ਹੋ ਗਈ ਹੈ। ਕਣਕ ਦੀ ਖਰੀਦ ਲਈ ਪੇਚੀਦਾ ਪ੍ਰਬੰਧਾਂ ਕਰਕੇ ਕਿਸਾਨ ਮੰਡੀਆਂ ਵਿੱਚ ਰੁਲਣ ਲੱਗੇ ਹਨ। ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੇ ਆਬਾਰ ਲੱਗੇ ਹੋਏ ਹਨ, ਪਰ ਖਰੀਦ ਬੇਹੱਦ ਸੁਸਤ ਹੈ। ਅਜਿਹੇ ਵਿੱਚ ਕਰੋਨਾ ਦੇ ਕਹਿਰ ਤੇ ਬਦਲਦੇ ਮੌਸਮ ਦੇ ਕਰਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਦਰਅਸਲ ਕਣਕ ਖਰੀਦ ਲਈ ਸ਼ੁਰੂ ਕੀਤੇ ਗਏ ਆਨਲਾਈਨ ਪੋਰਟਲ ਵਿੱਚ ਕਣਕ ਫਸਲ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਜਿੰਨਾ ਚਿਰ ਕਿਸਾਨਾਂ ਦੀ ਸਾਰੀ ਜਾਣਕਾਰੀ ਪੋਰਟਲ ਤੇ ਅਪਲੋਡ ਨਹੀਂ ਹੁੰਦੀ, ਉਦੋਂ ਤੱਕ ਉਹਨਾਂ ਦੀ ਫਸਲ ਦੀ ਬੋਲੀ ਨਹੀਂ ਹੋ ਸਕਦੀ। ਇਸੇ ਕਾਰਨ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨ ਆਨਲਾਈਨ ਪੋਰਟਲ ਦੇ ਚੱਕਰ ਵਿੱਚ ਪੈਸਿਆਂ ਤੋਂ ਵੀ ਵਾਂਝੇ ਹੋ ਗਏ ਹਨ। ਮਾਲਵੇ ਤੇ ਦੁਆਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ, ਜੋ ਆਨਲਾਈਨ ਪੋਰਟਲ ਕਰਕੇ ਬੋਲੀ ਹੋਣ ਤੋਂ ਵਾਂਝੇ ਹਨ। ਕਿਸਾਨਾਂ ਨੂੰ ਫਸਲ ਵੇਚਣ ਤੋਂ ਪਹਿਲਾਂ ਆਨਲਾਈਨ ਪੋਰਟਲ ਤੇ ਆਪਣਾ ਆਧਾਰ ਕਾਰਡ, ਬੈਂਕ ਖਾਤਾ, ਮੋਬਾਈਲ ਨੰਬਰ ਤੇ ਹੋਰ ਜਾਣਕਾਰੀ ਅਪਲੋਡ ਕਰਨੀ ਜ਼ਰੂਰੀ ਹੈ। ਉਪਰੰਤ ਕਿਸਾਨ ਦੀ ਫਸਲ ਦੀ ਬੋਲੀ ਹੁੰਦੀ ਹੈ ਤੇ ਫਿਰ ਉਸ ਨੂੰ ਪੇਮੈਂਟ ਹੋਵੇਗੀ। ਪਰ ਜ਼ਮੀਨੀ ਹਕੀਕਤ ਵਿੱਚ ਆਨਲਾਈਨ ਪੋਰਟਲ ਨੇ ਸਭ ਨੂੰ ਉਲਝਾਇਆ ਹੋਇਆ ਹੈ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਚੀਮਾ ਨੇ ਦੱਸਿਆ ਕਿ ਇਸ ਸਮੇਂ ਖਰੀਦ ਦਾ ਬੁਰਾ ਹਾਲ ਹੈ, ਜਿਸ ਦਾ ਵੱਡਾ ਕਾਰਨ ਆਨਲਾਈਨ ਪੋਰਟਲ ਹੈ। ਇਸ ਦੀ ਸਹੀ ਜਾਣਕਾਰੀ ਨਾ ਅਫਸਰਾਂ ਨੂੰ ਹੈ, ਨਾ ਹੀ ਆੜ੍ਹਤੀਆਂ ਤੇ ਕਿਸਾਨਾਂ ਨੂੰ। ਇਸ ਕਰਕੇ ਫਸਲ ਦੀ ਖਰੀਦ ਨਹੀਂ ਹੋਈ। ਉਹਨਾਂ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਵੀ ਘਾਟ ਹੋਈ ਪਈ ਹੈ। SBI ਸਿਰਫ 156 ਰੁਪਏ 'ਚ ਕਰਵਾਵੇਗਾ ਕਰੋਨਾ ਦਾ ਇਲਾਜ, ਜਾਣੋ ਪੂਰਾ ਪਲਾਨ।
ਕਰੋਨਾ ਸਾਰੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਵੀ ਕਰੋਨਾ ਤੋਂ ਪੀੜਤ ਹੋ ਤਾਂ ਇਲਾਜ ਦੇ ਖਰਚੇ ਬਾਰੇ ਚਿੰਤਤ ਹੋ ਤਾਂ ਟੈਨਸ਼ਨ ਬਿਲਕੁਲ ਨਾ ਲਓ। ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ SBI ਤੁਹਾਡੇ ਕਰੋਨਾ ਖਰਚਿਆਂ ਦੇ ਲਈ ਇੱਕ ਵਿਸ਼ੇਸ਼ ਯੋਜਨਾ ਲੈ ਕੇ ਆਇਆ ਹੈ, ਜਿਸ ਵਿੱਚ ਤੁਸੀਂ ਸਿਰਫ 156 ਰੁਪਏ ਵਿੱਚ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਦੱਸ ਦਈਏ ਕਿ ਬੈਂਕ ਦੀ ਇਸ ਸਕੀਮ ਦਾ ਨਾਮ ਕਰੋਨਾ ਰਕਸ਼ਕ ਪਾਲਿਸੀ ਹੈ। ਜੀ ਦੋਸਤੋ, ਤੁਹਾਨੂੰ ਦੱਸ ਦਿੰਦੇ ਹਾਂ ਇਸ ਦੇ ਬਾਰੇ। SBI ਕਰੋਨਾ ਰਕਸ਼ਕ ਪਾਲਿਸੀ ਸਿਹਤ ਬੀਮਾ ਸੁਰੱਖਿਆ ਸਕੀਮ ਹੈ। ਸਟੇਟ ਬੈਂਕ ਆਫ ਇੰਡੀਆ ਦੀ ਕੋਵਿਡ ਪਾਲਿਸੀ ਬਿਨਾਂ ਡਾਕਟਰੀ ਜਾਂਚ ਦੇ ਜਾਰੀ ਕੀਤੀ ਜਾਂਦੀ ਹੈ। ਇੱਥੇ ਤੁਹਾਨੂੰ 100% ਦਾ ਕਵਰ ਮਿਲੇਗਾ। ਕਰੋਨਾ ਰਕਸ਼ਕ ਪਾਲਿਸੀ ਖਰੀਦਣ ਲਈ ਘੱਟ ਤੋਂ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਕਰੋਨਾ ਰਕਸ਼ਕ ਪਾਲਿਸੀ ਵਿੱਚ ਘੱਟ ਤੋਂ ਘੱਟ 156 ਰੁਪਏ ਤੇ ਵੱਧ ਤੋਂ ਵੱਧ 2230 ਰੁਪਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਸਟੇਟ ਬੈਂਕ ਦੀ ਕਰੋਨਾ ਰਕਸ਼ਕ ਪਾਲਿਸੀ ਦੀ ਮਿਆਦ 105 ਦਿਨ, 195 ਦਿਨ ਤੇ 285 ਦਿਨ ਹੈ। ਪਾਲਿਸੀ ਘੱਟੋ ਘੱਟ 50,000 ਤੇ ਵੱਧ ਤੋਂ ਵੱਧ 2,50,000 ਰੁਪਏ ਦਿੰਦੀ ਹੈ। 50,000 ਰੁਪਏ ਦਾ ਕਵਰ ਲੈਣ ਲਈ 157 ਰੁਪਏ ਦੇਣੇ ਪੈਣਗੇ। ਕਰੋਨਾ ਪਾਲਿਸੀ ਬਾਰੇ ਵਧੇਰੇ ਜਾਣਕਾਰੀ ਦੇ ਲਈ ਗਾਹਕ 022 27 599 908 ਤੇ ਮਿਸਡ ਕਾਲ ਵੀ ਕਰ ਸਕਦੇ ਹਨ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਹੋਈ ਮੌਤ। ਮਾਹਲਪੁਰ ਸ਼ਹਿਰ ਦੇ ਵਾਰਡ ਨੰਬਰ 13 ਦੇ ਇੱਕ ਨੌਜਵਾਨ ਵੀਰ ਪ੍ਰਤਾਪ ਸਿੰਘ ਉਮਰ 27 ਸਾਲ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਦੇ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਸਾਥੀ ਉਸ ਨੂੰ ਉਸ ਦੇ ਪਿਤਾ ਦੀ ਦੁਕਾਨ ਤੇ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਗਏ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਮਾਹਲਪੁਰ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਿਜੇ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੇ ਆਨਲਾਈਨ ਸਿੱਖਿਆ ਨੇ ਫੜੀ ਤੇਜ਼ੀ। ਸਕੂਲ ਸਿੱਖਿਆ ਵਿਭਾਗ ਨੇ ਨਵੇਂ ਵਿੱਦਿਅਕ ਸੈਸ਼ਨ ਦੇ ਲਈ ਦਾਖਲਿਆਂ ਵਾਸਤੇ ਸ਼ੁਰੂ ਕੀਤੀ ਮੁਹਿੰਮ ਦੇ ਨਾਲ-ਨਾਲ ਹੁਣ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦੇ ਸਬੰਧ ਵਿੱਚ ਵੀ ਤੇਜ਼ੀ ਲੈ ਕੇ ਆਂਦੀ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਸਕੂਲ ਬੰਦ ਹੋਣ ਦੇ ਕਾਰਨ 1 ਅਪ੍ਰੈਲ ਤੋਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਦਾਖਲਿਆਂ ਦਾ ਕੰਮ ਵੀ ਕਾਫੀ ਹੱਦ ਤੱਕ ਮੁਕੰਮਲ ਹੋਣ ਕਾਰਨ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਆ ਗਈ ਹੈ। ਕੋਵਿਡ-19 ਦੀ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਦੇ ਲਈ ਅਧਿਆਪਕਾਂ ਵੱਲੋਂ ਵੱਖ-ਵੱਖ ਆਨਲਾਈਨ ਵੀਡੀਓਜ਼ ਐਪਸ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਆਨਲਾਈਨ ਸਿੱਖਿਆ ਵੀ ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਇਸ ਵੇਲੇ ਸਰਕਾਰੀ ਸਕੂਲਾਂ ਦੇ 25 ਲੱਖ ਦੇ ਕਰੀਬ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ WhatsApp ਗਰੁੱਪ ਬਣਾ ਕੇ Zoom ਐਪ ਤੇ ਕਲਾਸਾਂ ਲੈਣ ਦੇ ਨਾਲ-ਨਾਲ ਐਜੂਕੇਅਰ ਐਪ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਅਸਾਈਨਮੈਂਟਾਂ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ। ਅਧਿਆਪਕਾਂ ਵੱਲੋਂ ਨਵੇਂ ਸੈਸ਼ਨ ਦੇ ਦਾਖਲਿਆਂ ਲਈ ਗੂਗਲ ਫਾਰਮਾਂ ਦੀ ਸਹਾਇਤਾ ਨਾਲ ਦਾਖਲੇ ਕੀਤੇ ਜਾ ਰਹੇ ਹਨ ਤੇ ਦਾਖਲਿਆਂ ਵਾਸਤੇ ਵੱਡੀ ਪੱਧਰ ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਦੇ ਲਈ ਘਰ-ਘਰ ਪਹੁੰਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਵਿੱਚ ਕੋਈ ਕਮੀ ਨਾ ਆਵੇ। ਜੀ ਦੋਸਤੋ, ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ। ਸੂਬੇ ਪੰਜਾਬ ਤੇ ਦੇਸ਼ ਦੀਆਂ ਹੋਰ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਸਾਡੇ ਨਾਲ